ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਹਰ। ਮੈਂ ਹਾरून ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣੀ ਟੋਪ 500 ਕੁਐਸਚਨ ਵਾਲੀ ਸੀਰੀਜ਼। ਅਤੇ ਮੋਸਟ ਇੰਪੋਰਟੈਂਟ ਕੁਐਸਚਨ ਕਰ ਰਹੇ ਹਾਂ ਜੋ ਪ੍ਰੀਵੀਅਸ ਈਅਰ PPSC ਨੇ ਪੁੱਛੇ ਹੋਏ ਕੁਐਸਚਨ ਹੈਗੇ ਹੈ, ਜਾਂ ਆਪਣੇ PPSC ਜਿਹੜਾ ਐਗਜ਼ਾਮ ਲੈਣ ਵਾਲਾ ਉਹਦੇ 'ਚ ਪੁੱਛੇ ਜਾ ਸਕਦੇ ਆ। ਅੱਡ ਐਗਜ਼ਾਮ ਦੇ ਵਿੱਚੋਂ ਪੇਪਰ ਜਿਹੜੇ ਕੁਐਸਚਨ ਆਏ ਹੋਏ ਹੈ, ਸਟੈਂਡਰਡ ਕੁਐਸਚਨ ਤੁਹਾਡੇ ਕੋਲ ਪੁੱਛ ਰਹੇ ਹਾਂ, ਜਿਵੇਂ ਕਿ UP PCS ਦੇ ਪ੍ਰੀਵੀਅਸ ਈਅਰ ਹੈਗੇ ਆ ਕੁਛ, ਇਹਦੇ ਵਿੱਚ ਬਿਹਾਰ PCS ਦੇ ਹੈਗੇ ਆ, ਜਾਂ ਆਪਣਾ MP PCS ਦੇ ਹੈਗੇ ਆ, ਤਾਂ ਹੋਰ ਵੀ ਜਿੰਨੇ ਵੀ PCS ਹੈਗੇ ਆ, ਜਾਂ ਕੁਛ ਜਿਹੜੇ ਸਟੇਟ ਲੈਵਲ ਦੇ ਆਪਣੇ ਐਗਜ਼ਾਮ ਹੈਗੇ ਆ, ਜਿਨ੍ਹਾਂ ਦੇ ਜੋ ਮੋਸਟ ਇੰਪੋਰਟੈਂਟ ਕੁਐਸਚਨ ਹੈਗੇ ਆ, ਸਿਰਫ ਉਹੀ ਕਰ ਰਹੇ ਹਾਂ ਆਪਾਂ। ਸੋ ਲੈਕਚਰ ਦੇ ਨਾਲ ਐਂਡ ਤੱਕ ਬਣੇ ਰਹਿਣਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਬਈ ਤੁਸੀਂ ਸਾਡੀ ਜਿਹੜੀ CBC ਐਗਜ਼ਾਮ ਗੁਰੂ ਐਪ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੁਸੀਂ ਉੱਥੇ ਡਾਇਵਰਸ ਬੈਨੀਫਿਟ ਉਠਾ ਸਕਦੇ ਹੋ, ਜਿਵੇਂ ਕਿ ਪ੍ਰੀਵੀਅਸ ਈਅਰ ਪੇਪਰ ਵੇਖ ਸਕਦੇ ਹੋ, ਕਰੰਟ ਅਫੇਅਰ ਵੇਖ ਸਕਦੇ ਹੋ, ਅਤੇ ਜਿਹੜਾ ਸਾਡਾ ਮੋਸਟ ਐਪਰੀਸ਼ੀਏਟਡ ਕੋਰਸ ਹੈਗਾ ਪਟਵਾਰੀ ਦਾ, ਨੈਬ ਤਹਿਸੀਲਦਾਰ, ਤੁਸੀਂ ਜੁਆਇਨ ਕਰ ਸਕਦੇ ਹੋ। ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ARNTANEJ07 'ਤੇ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਦਾ ਪ੍ਰਪਾਊਂਡਰ ਆਫ ਦਾ ਫਿਲਟਰੇਸ਼ਨ ਥਿਊਰੀ ਇਨ ਇੰਡੀਆ ਐਜੂਕੇਸ਼ਨ ਪੋਲਿਸੀ ਵਾਸ। ਪਹਿਲੀ ਗੱਲ ਤਾਂ ਇਹੀ ਹੈਗੀ ਹੈ ਫਿਲਟਰੇਸ਼ਨ ਥਿਊਰੀ ਹੈਗੀ ਕੀ ਸੀਗੀ। ਫਿਲਟਰੇਸ਼ਨ ਥਿਊਰੀ ਇਹ ਕਹਿੰਦੀ ਸੀਗੀ ਵੀ ਜਿਹੜੇ ਆਪਣੇ ਅੱਪਰ ਕਲਾਸ ਹੈਗੇ ਆ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਦਿੱਤੀ ਜਾਵੇ, ਉਹ ਆਪੇ ਜਿਹੜੀਆਂ ਲੋਅਰ ਕਲਾਸਿਸ ਹੈਗੀਆਂ ਜਾਂ ਮਿਡਲ ਕਲਾਸਿਸ ਹੈਗੀਆਂ ਉਹਨਾਂ ਨੂੰ ਆਪੇ ਐਜੂਕੇਸ਼ਨ ਪ੍ਰੋਵਾਈਡ ਕਰ ਦੇਣਗੇ। ਜਾਂ ਕਹਿ ਸਕਦੇ ਆ ਵੀ ਜਿਹੜੇ ਆਪਣੇ ਇੰਟਲੈਕਚੁਅਲਸ ਇੰਡੀਅਨਸ ਹੈਗੇ ਆ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਦਿੱਤੀ ਜਾਵੇ। ਬਾਕੀ ਜਿਹੜੇ ਥੱਲੇ ਲੈਵਲ ਲੋਅ ਲੈਵਲ ਦੇ ਇੰਡੀਅਨਸ ਹੈਗੇ ਆ, ਜਾਂ ਕਹਿ ਸਕਦੇ ਹਾਂ ਆਪਣੇ ਜਿਹੜੇ ਇਲਿਟਰੇਟ ਇੰਡੀਅਨਸ ਹੈਗੇ ਆ, ਹੌਲੀ ਹੌਲੀ ਉਹਨਾਂ ਕੋਲ ਆਪੇ ਐਜੂਕੇਸ਼ਨ ਪਹੁੰਚ ਜੂਗੀ। ਸੋ ਇਹ ਸੀਗੀ ਫਿਲਟਰੇਸ਼ਨ ਥਿਊਰੀ। ਸੋ ਇਹ ਕਿਹਦੇ ਦੁਆਰਾ ਪ੍ਰਪਾਊਂਡ ਕੀਤੀ ਗਈ ਸੀ, ਜਾਂ ਕਹਿ ਸਕਦੇ ਕਿਹਦੇ ਦੁਆਰਾ ਇਨੀਸ਼ੀਏਟ ਕੀਤੀ ਗਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਮੈਕਲੇ ਦੁਆਰਾ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਮੈਕਲੇ ਮਿੰਟ ਕਮਿਸ਼ਨ ਵੀ ਤੁਹਾਨੂੰ ਪਤਾ ਹੋਊਗਾ ਸਾਰਿਆਂ ਨੂੰ, ਜਿਹੜਾ ਕਿ ਲਾਰਡ ਵਿਲੀਅਮ ਬੈਂਟਿਕ ਦੇ ਦੌਰਾਨ 'ਤੇ ਆਇਆ ਸੀਗਾ 1935 ਅਤੇ 36 ਦੇ। ਮੈਕਲੇ ਮਿੰਟ ਕਮਿਸ਼ਨ ਦੇ ਰੈਕਮੈਂਡੇਸ਼ਨ ਇਹ ਕਹਿੰਦੀਆਂ ਸੀਗੀਆਂ ਵੀ ਜਿਹੜੀ ਐਜੂਕੇਸ਼ਨ ਸਾਇੰਟੀਫਿਕ ਵੇ ਦੇ ਵਿੱਚ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈਗੀ ਹੈ ਵੀ ਜਿਹੜੀ ਆਪਣੀ ਐਜੂਕੇਸ਼ਨ ਹੈਗੀ ਹੈ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਜਿਹੜੀ ਇਹਦੀ ਰੈਕਮੈਂਡੇਸ਼ਨ ਨੂੰ ਮੰਨਿਆ ਗਿਆ ਅਤੇ ਅੱਗੇ ਆਪਣੇ ਇੰਡੀਅਨ ਐਜੂਕੇਸ਼ਨ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ। ਜਿਹੜੀ ਬੇਸ ਹੈ ਆਪਣੀ ਇੰਡੀਅਨ ਐਜੂਕੇਸ਼ਨ ਸਿਸਟਮ ਦੀ, ਉਹ ਮੈਕਲੇ ਮਿੰਟ ਕਮਿਸ਼ਨ ਤੋਂ ਰੱਖੀ ਗਈ ਸੀਗੀ। ਬਾਅਦ ਦੇ ਵਿੱਚ ਜਿਹੜੀ ਚੀਜ਼ ਇਸ ਚੀਜ਼ ਨੂੰ ਕੰਸੋਲੀਡੇਟ ਕਿਹਨੇ ਕੀਤਾ, ਵੁੱਡ ਡਿਸਪੈਚ ਨੇ ਕੀਤਾ। ਵੁੱਡ ਡਿਸਪੈਚ ਉੱਤੇ ਕਮੇਟੀ ਬਿਠਾਈ ਗਈ ਜਿਹਦਾ ਨਾਮ ਸੀਗਾ ਹੰਟਰ ਕਮਿਸ਼ਨ। ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹੀਆਂ ਸੀਗੀਆਂ, ਹੋਪਫੁਲੀ ਤੁਹਾਨੂੰ ਯਾਦ ਹੋਣਗੀਆਂ। ਮੈਕਲੇ ਕਮਿਸ਼ਨ ਕਦੋਂ ਅਪਾਇੰਟ ਕੀਤਾ ਗਿਆ ਸੀ, ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਵਿਲੀਅਮ ਬੈਂਟਿਕ ਦੇ ਦੌਰਾਨ। ਸੋ ਜਿਹੜਾ ਲਾਰਡ ਵਿਲੀਅਮ ਬੈਂਟਿਕ ਹੈਗਾ ਜਾਂ ਲਾਰਡ ਰਿਪਨ ਹੈਗਾ, ਐਕਸਟ੍ਰੀਮਲੀ ਬੈਨੋਵਲੈਂਟ ਸਾਰੇ ਦੇ ਸਾਰੇ ਗਵਰਨਰ ਜਨਰਲ ਸੀਗੇ, ਜਿਨ੍ਹਾਂ ਦੇ ਇੰਡੀਅਨ ਦੇ ਹਿੱਤ ਲਈ ਬਹੁਤ ਕੁਛ ਕੀਤਾ ਸੀਗਾ। ਜਿਵੇਂ ਵਿਲੀਅਮ ਬੈਂਟਿਕ ਨੇ ਹੋਰ ਕੀ ਕੀਤਾ ਸੀਗਾ, ਸਤੀ ਪ੍ਰਥਾ ਨੂੰ ਬੈਨ ਕੀਤਾ ਸੀਗਾ। ਠੀਕ ਹੈ ਜੀ। ਅਤੇ ਲਾਰਡ ਰਿਪਨ ਨੇ ਕੀ ਕੀਤਾ ਸੀਗਾ, ਆਪਣਾ ਜਿਹੜਾ ਪਹਿਲਾ ਸੈਂਸਸ ਹੈਗਾ ਉਹ ਲੈ ਕੇ ਆਏ ਸੀਗੇ। ਲਾਰਡ ਰਿਪਨ ਦੇ ਦੌਰਾਨ ਹੀ ਆਪਣੀ ਜਿਹੜੀ ਐਲਬਰਟ ਬਿਲ ਕੰਟਰੋਵਰਸੀ ਹੋਈ ਸੀਗੀ, ਲਾਰਡ ਰਿਪਨ ਦੇ ਦੌਰਾਨ ਹੀ ਜਿਹੜਾ ਆਪਣਾ ਸੈਲਫ ਗੌਰਮੈਂਟ ਜ਼ਿਆਦਾ ਤੋਂ ਜ਼ਿਆਦਾ ਅੱਗੇ ਵਧੀ ਸੀ। ਫਾਦਰ ਆਫ ਸੈਲਫ ਗੌਰਮੈਂਟ ਵੀ ਲਾਰਡ ਰਿਪਨ ਨੂੰ ਹੀ ਕਿਹਾ ਜਾਂਦਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਸੋ ਇਨ ਹੂਜ਼ ਰਿਆਇਨ ਵਾਜ਼ ਦਾ ਇੰਗਲਿਸ਼ ਐਜੂਕੇਸ਼ਨ ਵਾਜ਼ ਇੰਟਰੋਡਿਊਸ ਇਨ ਇੰਡੀਆ। ਸੋ ਕਿਹੜੇ ਗਵਰਨਰ ਦੇ ਦੌਰਾਨ ਜਿਹੜੀ ਆਪਣੀ ਇੰਡੀਅਨ ਦੇ ਵਿੱਚ ਇੰਗਲਿਸ਼ ਐਜੂਕੇਸ਼ਨ ਉੱਭਰ ਕੇ ਸਾਹਮਣੇ ਆਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਵਿਲੀਅਮ ਬੈਂਟਿਕ ਦੇ ਦੌਰਾਨ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਹੋਰ ਕੀ ਕੁਛ ਹੋਇਆ ਸੀਗਾ ਲਾਰਡ ਵਿਲੀਅਮ ਬੈਂਟਿਕ ਦੇ ਦੌਰਾਨ? ਇੱਕ ਤਾਂ ਠੱਗੀ ਨੂੰ ਸਪਰੈਸ ਕੀਤਾ ਗਿਆ ਸੀਗਾ, ਇੱਕ ਸਤੀ ਨੂੰ ਬੈਨ ਕੀਤਾ ਗਿਆ ਸੀਗਾ, ਅਤੇ ਜਿਹੜਾ ਆਪਣਾ ਇਹ ਜਿਹੜਾ ਲਾਰਡ ਮੈਕਲੇ ਜਿਹੜਾ ਕਮਿਸ਼ਨ ਹੈਗਾ ਇਹ ਲੈ ਕੇ ਆਏ ਸੀਗੇ। ਸੋ ਬਹੁਤ ਸਾਰੀਆਂ ਪੋਜ਼ੀਟਿਵ ਡਿਵੈਲਪਮੈਂਟਸ ਹੋਈਆਂ ਸੀਗੀਆਂ ਡਿਊਰਿੰਗ ਦੀ ਟਾਈਮ ਆਫ ਲਾਰਡ ਵਿਲੀਅਮ ਬੈਂਟਿਕ। ਸੋ ਲਾਰਡ ਵਿਲੀਅਮ ਬੈਂਟਿਕ ਆਪਣੇ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਵੀ ਹੈਗੇ ਆ। ਜੇ ਆਪਾਂ ਗਵਰਨਰ ਜਨਰਲ ਆਫ ਬੰਗਾਲ ਦੀ ਗੱਲ ਕਰੀਏ ਤਾਂ ਵਾਰਨ ਹੈਸਟਿੰਗ, ਗਵਰਨਰ ਜਨਰਲ ਆਫ ਇੰਡੀਆ ਦੀ ਗੱਲ ਕਰੀਏ ਤਾਂ ਲਾਰਡ ਵਿਲੀਅਮ ਬੈਂਟਿਕ। ਪਹਿਲੇ ਵਾਇਸਰਾਏ ਕੌਣ ਸੀਗੇ? ਲਾਰਡ ਕੈਨਿੰਗ। ਫਸਟ ਗਵਰਨਰ ਜਨਰਲ ਆਫ ਇੰਡੀਪੈਂਡੈਂਟ ਇੰਡੀਆ ਕੌਣ ਸੀਗੇ? ਲਾਰਡ ਮਾਊਂਟਬੈਟਨ। ਸੋ ਇਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ, ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ। ਜਦੋਂ ਆਪਾਂ ਹਿਸਟਰੀ ਦੇ ਡਿਟੇਲ ਲੈਕਚਰ ਪੜ੍ਹਾਂਗੇ ਉਦੋਂ ਤੁਹਾਨੂੰ ਸਮਝਾਊਂਗਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਫ਼ਰਕ ਕੀ ਹੁੰਦਾ। ਸੋ ਵੈਸੇ ਤੁਹਾਨੂੰ ਥੋੜ੍ਹਾ ਜਿਹਾ ਬਰੀਫ ਦੇ ਦਿੰਦਾ। ਵਾਇਸਰਾਏ ਕੀ ਹੁੰਦਾ ਸੀਗਾ? ਜਿਹੜਾ ਆਪਣੇ ਜਿਹੜੇ ਪ੍ਰੋਵਿੰਸ਼ੀਅਲ ਰਾਜੇ ਸੀਗੇ, ਪ੍ਰੋਵਿੰਸਿਸ ਦੇ ਰਾਜੇ ਹੁੰਦੇ ਸੀਗੇ, ਉਹਨਾਂ ਨਾਲ ਡੀਲ ਕਰਦਾ ਸੀ ਜਦੋਂ ਉਹਨੂੰ ਵਾਇਸਰਾਏ ਕਿਹਾ ਜਾਂਦਾ ਸੀ। ਜਦੋਂ ਆਪਣੇ ਬ੍ਰਿਟਿਸ਼ ਇੰਡੀਅਨ ਸਟੇਟ ਦੇ ਨਾਲ ਡੀਲ ਕਰਦਾ ਸੀਗਾ ਉਦੋਂ ਉਹਨੂੰ ਗਵਰਨਰ ਜਨਰਲ ਕਿਹਾ ਜਾਂਦਾ ਹੁੰਦਾ ਸੀਗਾ। ਠੀਕ ਹੈ। ਸੋ ਨੈਕਸਟ ਕੁਐਸਚਨ ਹੈਗਾ, ਕੁੱਕਾ ਮੂਵਮੈਂਟ ਵਾਜ਼ ਆਰਗਨਾਈਜ਼ਡ ਬਾਏ ਦਾ। ਸੋ ਕੁੱਕਾ ਮੂਵਮੈਂਟ ਆਪਣੇ ਪੰਜਾਬ ਦੇ ਵਿੱਚ ਹੋਈ ਸੀਗੀ 1840 ਤੋਂ ਲੈ ਕੇ 1872 ਦੇ ਵਿੱਚ, ਅਤੇ ਇਹਦੇ ਮੇਨ ਲੀਡਰ ਕੌਣ ਸੀਗੇ? ਗੁਰੂ ਰਾਮ ਸਿੰਘ ਜੀ। ਠੀਕ ਹੈ। ਸੋ ਇਹ ਸਾਰਿਆਂ ਨੂੰ ਪਤਾ ਹੋਊਗਾ, ਜਦੋਂ ਤੁਸੀਂ ਪੰਜਾਬ ਦੀ GK ਪੜ੍ਹੀ ਹੋਊਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਨੈਕਸਟ ਹੈਗਾ, ਦ ਪਾਗਲਪੰਥੀ ਰੈਬੇਲੀਅਨ ਵਾਜ਼ ਇੰਡੀਡ ਏ ਰੈਬੇਲੀਅਨ ਆਫ। ਜਿਹੜਾ ਪਾਗਲਪੰਥੀ ਰੈਬੇਲੀਅਨ ਹੈਗਾ ਇਹ ਕਿਹਨਾਂ ਦਾ ਰੈਬੇਲੀਅਨ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗਾਰੋਜ਼ ਦਾ ਰੈਬੇਲੀਅਨ ਸੀਗਾ। ਇਹਨੂੰ ਤੁਸੀਂ ਯਾਦ ਰੱਖਣਾ।
ਤੇ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ, ਜਿੰਨੇ ਵੀ ਆਪਾਂ ਰਿਬੇਲੀਅਨ ਪੜ੍ਹੇ ਆ ਜੋ ਲੈਂਡ ਦੇ ਰਿਲੇਟਡ ਹੈਗੇ ਆ, ਉਹ ਸਿਰਫ ਉਹਨਾਂ ਦਾ ਇੱਕ ਹੀ ਕਾਰਨ ਸੀਗਾ, ਜਿਹੜੀਆਂ ਓਪਰੈਸਿਵ ਪੋਲਿਸੀਜ਼ ਆਫ ਬ੍ਰਿਟਿਸ਼ ਰੂਲ ਹੈਗੀਆਂ। ਸੋ ਉਹਨਾਂ ਪੋਲਿਸੀਜ਼ ਦਾ ਕਰਕੇ ਹੀ ਸਾਰੇ ਦੇ ਸਾਰੇ ਰਿਬੇਲੀਅਨ ਹੋਏ ਸੀ, ਭਾਵੇਂ ਉਹ ਸੰਥਲ ਰਿਬੇਲੀਅਨ ਲਾ ਲਓ, ਭਾਵੇਂ ਉਹ ਮੁੰਡਾ ਰਿਬੇਲੀਅਨ ਲਾ ਲਓ। ਸੰਥਲ ਰਿਬੇਲੀਅਨ ਕਦੋਂ ਹੋਇਆ ਸੀਗਾ? 1855 ਤੋਂ ਲੈ ਕੇ 1856 ਦੇ ਵਿੱਚ। ਮੁੰਡਾ ਰਿਬੇਲੀਅਨ ਕਦੋਂ ਹੋਇਆ ਸੀ? 1899 ਤੋਂ ਲੈ ਕੇ 1900 ਦੇ ਵਿੱਚ। ਸੋ ਇਹ ਸਾਰੇ ਜਿਹੜੇ ਕਰੋਨੋਲੋਜੀਕਲ ਆਰਡਰ ਹੈਗਾ ਤੁਸੀਂ ਯਾਦ ਰੱਖਣਾ। ਇੰਡੀਗੋ ਰਿਬੇਲੀਅਨ ਕਦੋਂ ਹੋਇਆ ਸੀਗਾ? 1859 ਤੋਂ ਲੈ ਕੇ 60 ਦੇ ਵਿੱਚ, ਠੀਕ ਹੈ। ਸੋ ਇਹ ਕਿਹਦੇ ਦੌਰਾਨ ਹੋਇਆ ਸੀਗਾ ਜਿਹੜਾ ਇੰਡੀਗੋ ਰਿਬੇਲੀਅਨ ਹੋਇਆ ਸੀ? ਇਹ ਹੋਇਆ ਸੀਗਾ ਲੋਰਡ ਕੈਨਿੰਗ ਦੇ ਦੌਰਾਨ। ਤੇ ਜਿਹੜਾ ਆਪਣਾ ਸੰਥਲ ਰਿਬੇਲੀਅਨ ਉਹ ਕਦੋਂ ਹੋਇਆ ਸੀਗਾ? ਉਹ ਹੋਇਆ ਸੀਗਾ ਲੋਰਡ ਡਲਹੌਜ਼ੀ ਦੇ ਟਾਈਮ 'ਤੇ। ਸੋ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ, ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗੇ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ, ਮੁੰਡਾ ਰੋਜ਼ ਰਿਵੋਲਟ। ਸੋ ਮੁੰਡਾਸ ਦਾ ਰਿਵੋਲਟ ਕਦੋਂ ਹੋਇਆ ਸੀ, ਜਾਂ ਕਹਿ ਸਕਦੇ ਬਿਰਸਾ ਮੁੰਡਾ ਦੁਆਰਾ ਜਿਹੜਾ ਹੈਡ ਕੀਤਾ ਗਿਆ ਸੀ ਰਿਵੋਲਟ, ਉਹ ਕਦੋਂ ਹੋਇਆ ਸੀਗਾ? ਇਹ ਤੁਹਾਨੂੰ ਮੈਂ ਹੁਣੇ ਹੀ ਦੱਸਿਆ, 1899 ਤੋਂ ਲੈ ਕੇ 1900 ਦੇ ਵਿੱਚ ਇਹ ਰਿਵੋਲਟ ਹੋਇਆ ਸੀਗਾ। ਸੰਥਲ ਰਿਬੇਲੀਅਨ ਕਦੋਂ ਹੋਇਆ ਸੀ? 1855 ਤੋਂ ਲੈ ਕੇ 1856 ਦੇ ਵਿੱਚ। ਸੰਨਿਆਸੀ ਰਿਬੇਲੀਅਨ ਕਦੋਂ ਹੋਇਆ ਸੀ? 1771 ਦੇ ਵਿੱਚ, ਠੀਕ ਹੈ ਜੀ। ਅਤੇ ਜਿਹੜਾ ਆਪਣਾ ਇੰਡੀਗੋ ਰਿਵੋਲਟ ਹੈ ਉਹ ਕਦੋਂ ਹੋਇਆ ਸੀ? 1859 ਤੋਂ ਲੈ ਕੇ 1860 ਤੱਕ। ਸੋ ਇਹਨਾਂ ਦੇ ਜਿਹੜੇ ਲੀਡਰਸ ਹੈਗੇ ਆ ਮੈਂ ਕਰਵਾ ਚੁੱਕਿਆ ਤੁਹਾਨੂੰ, ਲਾਸਟ ਲੈਕਚਰ ਜਾ ਕੇ ਵੇਖੋ, ਤੁਹਾਨੂੰ ਸਾਰੇ ਦੇ ਸਾਰੇ ਲੀਡਰਸ ਪਤਾ ਲੱਗ ਜਾਣਗੇ ਇਹਨਾਂ ਰਿਵੋਲਟ ਦੇ ਲੀਡਰ ਕਿਹੜੇ ਕਿਹੜੇ ਸੀਗੇ। ਸੋ ਆਪਣੇ ਜਿਹੜੇ ਇਹ ਤੁਹਾਨੂੰ ਰਿਵੋਲਟ ਕਰਵਾਏ ਹੈ ਐਕਸਟ੍ਰੀਮਲੀ ਇੰਪੋਰਟੈਂਟ ਹੈ। ਹੁਣ ਆਪਣੇ ਕੋਲੋਂ ਕੁਐਸਚਨ ਪੁੱਛਿਆ ਜਾਂਦਾ ਹੁੰਦਾ, ਜੋ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ, ਵੀ ਜਿਹੜਾ ਆਪਣਾ ਇੰਡੀਗੋ ਰਿਵੋਲਟ ਹੋਇਆ ਸੀਗਾ ਇਹਦੇ ਬੇਸਿਸ 'ਤੇ ਇੱਕ ਨੋਵਲ ਲਿਖਿਆ ਗਿਆ ਸੀ, ਉਹ ਨੋਵਲ ਦਾ ਨਾਮ ਕੀ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਨੀਲ ਦਰਪਣ, ਉਸ ਦਾ ਨਾਮ ਸੀਗਾ। ਇੱਕ ਤੁਹਾਨੂੰ ਹੋਰ ਚੀਜ਼ ਕਰਵਾਈ ਸੀ ਵੀ ਸੰਨਿਆਸੀ ਰਿਬੇਲੀਅਨ ਦੇ ਬੇਸਿਸ 'ਤੇ ਇੱਕ ਨੋਵਲ ਲਿਖਿਆ ਗਿਆ ਸੀਗਾ, ਉਹਦਾ ਕੀ ਨਾਮ ਸੀਗਾ? ਉਹਦਾ ਆਪਣਾ ਆਨਸਰ ਆ ਜਾਊਗਾ ਆਨੰਦ ਮਠ। ਸੋ ਐਕਸਟ੍ਰੀਮਲੀ ਇੰਪੋਰਟੈਂਟ ਚੀਜ਼ਾਂ ਹੈਗੀਆਂ, ਇਹਨਾਂ ਨੂੰ ਤੁਸੀਂ ਬਹੁਤ ਹੀ ਤਰੀਕੇ ਦੇ ਨਾਲ ਯਾਦ ਕਰਨਾ ਹੈ। ਇਹੀ ਚੀਜ਼ਾਂ ਤੁਹਾਡੇ ਕੋਲ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਣੀਆਂ ਅਤੇ ਇੱਦਾਂ ਵਿੱਚ ਹੀ ਆਪਾਂ ਗਲਤੀ ਕਰ ਦਿੰਦੇ ਹੁੰਦੇ ਹਾਂ। ਸੋ ਵਾਰ-ਵਾਰ ਰਿਪੀਟ ਕਰੋ, ਇਸੇ ਤਰ੍ਹਾਂ ਤੁਹਾਨੂੰ ਚੀਜ਼ਾਂ ਯਾਦ ਹੋਣਗੀਆਂ। ਹੂ ਵਾਜ਼ ਦਾ ਲੀਡਰ ਆਫ ਦਾ ਮੁੰਡਾ ਰਿਬੇਲੀਅਨ? ਜਿਵੇਂ ਤੁਹਾਨੂੰ ਇਹ ਚੀਜ਼ਾਂ ਆਲਰੇਡੀ ਦੱਸ ਚੁੱਕਿਆ, ਮੁੰਡਾ ਰਿਬੇਲੀਅਨ ਦਾ ਲੀਡਰ ਕੌਣ ਸੀਗਾ? ਬਿਰਸਾ ਮੁੰਡਾ। ਸੋ ਇਹ ਕਿੱਥੇ ਹੋਇਆ ਸੀਗਾ? ਝਾਰਖੰਡ ਦੇ ਏਰੀਆ ਦੇ ਵਿੱਚ ਹੋਇਆ ਸੀਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗੀ ਇਹ ਚੀਜ਼। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਹੂ ਅਮੰਗ ਅਸ ਦਾ ਫੋਲੋਇੰਗ ਇੰਗਲਿਸ਼ਮੈਨ ਦਾ ਫਸਟ ਟਰਾਂਸਲੇਟਡ ਭਗਵਦ ਗੀਤਾ ਇਨਟੂ ਦਾ ਇੰਗਲਿਸ਼? ਸੋ ਇਹ ਵੀ ਵਾਰ-ਵਾਰ ਰਿਪੀਟਡਲੀ ਇਹ ਕੁਐਸਚਨ ਆਇਆ ਹੋਇਆ, ਜਿਹੜਾ ਤੁਹਾਨੂੰ ਮੈਂ ਸਮਝਾਇਆ ਵੀ ਜਿਹੜੀ ਭਗਵਦ ਗੀਤਾ ਨੂੰ ਪਹਿਲੀ ਵਾਰੀ ਇੰਗਲਿਸ਼ ਦੇ ਵਿੱਚ ਕਿਹਨੇ ਟਰਾਂਸਲੇਟ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਚਾਰਲਸ ਵਿਲਕਿਨ ਨੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ, ਵਾਰ-ਵਾਰ ਕਈ PCS ਦੇ ਵਿੱਚ ਸਿਮਿਲਰ ਕੁਐਸਚਨ ਅਟੈਂਪਟ ਹੋਇਆ। ਸੋ ਤੁਸੀਂ ਇਹਨੂੰ ਪ੍ਰੀਸਾਈਜ਼ਲੀ ਯਾਦ ਕਰਨਾ। ਜਿਹੜੇ ਆਪਣੇ ਲੋਅਰ ਲੈਵਲ ਦੇ ਐਗਜ਼ਾਮ ਹੈਗੇ ਆ, ਭਾਵੇਂ ਪਟਵਾਰੀ ਦਾ ਹੈਗਾ, ਭਾਵੇਂ ਆਪਣਾ ਜਾਂ ਕੋਈ ਕਲੈਰੀਕਲ ਲੈਵਲ ਦਾ, ਉਹਦੇ ਵਿੱਚ ਵੀ ਇਹ ਵਾਰ-ਵਾਰ ਕੁਐਸਚਨ ਪੁੱਛਿਆ ਹੋਇਆ ਵੀ ਪਹਿਲੀ ਵਾਰੀ ਭਗਵਦ ਗੀਤਾ ਨੂੰ ਕਿਹਨੇ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ, ਤਾਂ ਆਪਣਾ ਆਨਸਰ ਆ ਜਾਊਗਾ ਚਾਰਲਸ ਵਿਲਕਿਨਸ ਨੇ। Who among of the following was the first to translate ਕਾਲੀਦਾਸ famous work ਸ਼ਕੁੰਤਲਾ into English? ਸੋ ਸ਼ਕੁੰਤਲਾ ਜਿਹੜਾ ਕਾਲੀਦਾਸ ਦੁਆਰਾ ਲਿਖਿਆ ਗਿਆ ਸੀ, ਜਿਹੜਾ ਕਿ ਗੁਪਤਾ ਟਾਈਮ ਦੇ ਦੌਰਾਨ ਲਿਖਿਆ ਗਿਆ ਸੀਗਾ, ਉਹਨੂੰ ਪਹਿਲੀ ਵਾਰੀ ਕਿਹਨੇ ਇੰਗਲਿਸ਼ ਦੇ ਵਿੱਚ ਕਨਵਰਟ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਸਰ ਵਿਲੀਅਮ ਜੋਨਸ ਨੇ। ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ। ਬਾਕੀ ਜੇ ਤੁਸੀਂ ਆਪਣੀ ਕਾਪੀ 'ਤੇ ਲਿਖ ਰਹੇ ਹੋ ਤਾਂ ਵੈਲ ਐਂਡ ਗੁੱਡ ਹੈ, ਬਾਕੀ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਅਗਰ ਤੁਸੀਂ ਕਾਪੀ 'ਤੇ ਲਿਖ ਰਹੇ ਹੋ ਤਾਂ ਇਸ ਚੀਜ਼ ਨੂੰ ਤੁਸੀਂ ਡਬਲ ਕੀ ਕਹਿ ਸਕਦੇ ਆਪਣੇ ਜਿਹੜਾ ਵੀ ਤੁਹਾਡਾ ਤਰੀਕਾ ਹੈਗਾ, ਭਾਵੇਂ ਉਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰਨ ਦਾ ਤਰੀਕਾ ਹੈਗਾ, ਭਾਵੇਂ ਕੋਈ ਹੋਰ ਤਰੀਕਾ ਹੈਗਾ, ਤੁਸੀਂ ਇਹਨੂੰ ਕਰ ਸਕਦੇ ਹੋ। ਸੋ ਭਗਵਦ ਗੀਤਾ ਨੂੰ ਕਿਹਨੇ ਟਰਾਂਸਲੇਟ ਕੀਤਾ ਸੀ? ਚਾਰਲਸ ਵਿਲਕਿਨਸ ਨੇ। ਅਤੇ ਕਾਲੀਦਾਸ ਦੀ ਸ਼ਕੁੰਤਲਾ ਨੂੰ ਕਿਹਨੇ ਟਰਾਂਸਲੇਟ ਕੀਤਾ ਸੀਗਾ ਇੰਗਲਿਸ਼ ਦੇ ਵਿੱਚ, ਤਾਂ ਆਪਣਾ ਆਨਸਰ ਆ ਜਾਊਗਾ ਸਰ ਵਿਲੀਅਮ ਜੋਨਸ ਨੇ, ਠੀਕ ਹੈ ਜੀ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਇਨ ਕੋਲੈਬੋਰੇਸ਼ਨ ਵਿਦ ਦਾ ਡੇਵਿਡ ਹੇਅਰ ਐਂਡ ਦਾ ਅਲੈਗਜ਼ੈਂਡਰ ਡਫ ਹੂ ਵਾਜ਼ ਦਾ ਫੋਲੋਇੰਗ ਐਸਟੈਬਲਿਸ਼ ਹਿੰਦੂ ਕਾਲਜ ਐਟ ਦਾ ਕੈਲਕਟਾ? ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ, ਵਾਰ-ਵਾਰ UPSC ਦੇ ਵਿੱਚ ਇੱਕ ਕੁਐਸਚਨ ਪੁੱਛਿਆ ਹੋਇਆ, ਕਈ ਵਾਰ ਪੁੱਛਿਆ ਹੋਇਆ, ਅਤੇ ਬਾਕੀ ਆਪਣੇ ਸਟੇਟ PCS ਦੇ ਵਿੱਚ ਤਾਂ ਬਹੁਤ ਵਾਰੀ ਰਿਪੀਟ ਹੋਇਆ ਕੁਐਸਚਨ ਹੈਗਾ ਵੀ ਡੇਵਿਡ ਹੇਅਰ ਅਤੇ ਅਲੈਗਜ਼ੈਂਡਰ ਡਫ ਦੇ ਨਾਲ ਕੋਲੈਬੋਰੇਟ ਕਰਕੇ ਹਿੰਦੂ ਕਾਲਜ ਕਿਹਨੇ ਖੋਲ੍ਹਿਆ ਸੀ ਕੈਲਕਟਾ ਦੇ ਵਿੱਚ, ਤਾਂ ਆਪਣਾ ਆਨਸਰ ਆ ਜਾਊਗਾ ਰਾਜਾ ਰਾਮ ਮੋਹਨ ਰਾਏ ਨੇ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਹਿੰਦੂ ਕਾਲਜ ਬਾਏ ਦਾ ਰਾਜਾ ਰਾਮ ਮੋਹਨ ਰਾਏ ਵਿਦ ਦ ਕੋਲੈਬੋਰੇਸ਼ਨ ਆਫ ਡੇਵਿਡ ਹੇਅਰ ਐਂਡ ਦ ਅਲੈਗਜ਼ੈਂਡਰ ਡਫ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਇਹਨੂੰ ਵੀ ਤੁਸੀਂ ਆਪਾਂ ਜਦੋਂ ਵੀ ਤੁਸੀਂ ਨੋਟਸ ਬਣਾਓਗੇ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ, ਡਬਲ ਸਟਾਰ ਲਾ ਲੈਣੇ ਉੱਪਰ, ਜਿਵੇਂ ਜੋ ਵੀ ਤੁਹਾਡਾ ਤਰੀਕਾ ਹੈਗਾ ਮੋਸਟ ਇੰਪੋਰਟੈਂਟ ਹੈਗਾ, ਠੀਕ ਹੈ ਜੀ। ਹੂ ਵਾਜ਼ ਦਾ ਫੋਲੋਇੰਗ ਲੇਡ ਦਾ ਫਾਊਂਡੇਸ਼ਨ ਸਟੋਨ ਆਫ ਦਾ ਬਨਾਰਸ ਹਿੰਦੂ ਯੂਨੀਵਰਸਿਟੀ? ਸੋ ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਹਾਰਡਿੰਗ ਨੇ, ਠੀਕ ਹੈ ਜੀ। ਅਤੇ ਪਰ ਕਿਹਦੀ ਹੈਲਪ ਨੇ ਦੇ ਨਾਲ ਰੱਖੀ ਸੀਗੀ? ਮਦਨ ਮੋਹਨ ਮਾਲਵੀਆ ਦੀ। ਸੋ ਬਹੁਤ ਇੰਪੋਰਟੈਂਟ ਹੈਗਾ। ਸੋ ਤੁਹਾਨੂੰ ਪਤਾ ਜਿਹੜੀ ਸੈਂਟਰਲ ਯੂਨੀਵਰਸਿਟੀ, ਪਹਿਲੀ ਜਿਹੜੀ ਸੈਂਟਰਲ ਯੂਨੀਵਰਸਿਟੀ ਸੀ ਉਹ ਕਿਹਨੂੰ ਡਿਕਲੇਅਰ ਕੀਤਾ ਗਿਆ ਸੀਗਾ, ਤਾਂ ਆਪਣਾ ਆਨਸਰ ਆ ਜਾਊਗਾ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਹੀ ਬਾਅਦ ਦੇ ਵਿੱਚ ਪਹਿਲੀ ਆਪਣੀ ਇੰਡੀਆ ਦੀ ਸੈਂਟਰਲ ਯੂਨੀਵਰਸਿਟੀ ਡਿਕਲੇਅਰ ਕੀਤਾ ਗਿਆ ਸੀਗਾ ਵਿਦ ਦ ਐਫਰਟ ਆਫ ਮਦਨ ਮੋਹਨ ਮਾਲਵੀਆ। ਦ ਯੰਗ ਇੰਡੀਆ ਵਾਜ਼ ਸਟਾਰਟਿਡ ਐਜ਼ ਏ ਵੀਕਲੀ ਬਾਏ ਦਾ
ਇੱਕ ਵੀਕਲੀ ਸਟਾਰਟ ਕੀਤਾ ਗਿਆ ਸੀ, ਇੱਕ ਜਰਨਲ ਸਟਾਰਟ ਕੀਤਾ ਗਿਆ ਸੀ ਜਿਹਦਾ ਨਾਮ ਸੀਗਾ ਯੰਗ ਇੰਡੀਆ। ਕਿਹਦੇ ਦੁਆਰਾ ਸਟਾਰਟ ਕੀਤਾ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਦ ਹੋਮ ਰੂਲ ਪਾਰਟੀ ਦੁਆਰਾ ਯੰਗ ਇੰਡੀਆ ਵੀਕਲੀ ਸਟਾਰਟ ਕੀਤਾ ਗਿਆ ਸੀਗਾ। ਵਿਚ ਨਿਊਜ਼ਪੇਪਰ ਵਾਸ ਸਟਾਰਟਡ ਬਾਈ ਦ ਲੋਕਮਾਨਿਆ ਬਾਲ ਗੰਗਾਧਰ ਤਿਲਕ ਟੂ ਸਰਵ ਦ ਕਾਜ਼ ਆਫ ਇੰਡੀਅਨ ਫਰੀडम ਸਟਰਗਲ। ਸੋ ਕਿਹੜਾ ਜਰਨਲ ਬਾਲ ਗੰਗਾਧਰ ਤਿਲਕ ਦੁਆਰਾ ਸਟਾਰਟ ਕੀਤਾ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਕੇਸਰੀ ਐਂਡ ਮਰਾਠਾ। ਮਰਾਠਾ ਅਤੇ ਕੇਸਰੀ ਦੋ ਨਿਊਜ਼ਪੇਪਰ ਸਟਾਰਟ ਕੀਤੇ ਗਏ ਸੀਗੇ ਬਾਈ ਦੀ ਗੰਗਾਧਰ ਤਿਲਕ, ਬਾਲ ਗੰਗਾਧਰ ਤਿਲਕ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਤੁਸੀਂ ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਸਕਦੇ ਹੋ। ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਬੀਜੀ ਤਿਲਕ ਨੇ ਕਿਹੜੇ ਦੋ ਨਿਊਜ਼ਪੇਪਰ ਚਲਾਏ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਰਾਠਾ ਅਤੇ ਕੇਸਰੀ। ਸੋ ਇਹਨਾਂ ਨੂੰ ਤੁਸੀਂ ਯਾਦ ਕਰਨਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਹੂ ਗੇਵ ਦਾ ਰਾਜਾ ਰਾਮ ਮੋਹਨ ਰਾਏ ਦਾ ਟਾਈਟਲ ਆਫ ਰਾਜਾ। ਦਾ ਰਾਜਾ ਰਾਮ ਮੋਹਨ ਰਾਏ ਨੂੰ ਆਪਣਾ ਫਸਟ ਮਾਡਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ, ਫਾਦਰ ਆਫ ਰਿਨੈਂਸਾ ਵੀ ਕਿਹਾ ਜਾਂਦਾ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਫਾਦਰ ਆਫ ਰਿਨੈਂਸਾ ਕਿਉਂ ਕਿਹਾ ਜਾਂਦਾ ਰਾਜਾ ਰਾਮ ਮੋਹਨ ਰਾਏ ਨੂੰ? ਕਿਉਂਕਿ ਇਹੀ ਪਰਸਨ ਸੀ ਜੋ ਆਪਣੇ ਰਿਲੀਜਨਸ ਦੇ ਵਿੱਚ ਰਿਫੋਰਮਸ ਲੈ ਕੇ ਆਏ, ਜੋ ਆਪਣੇ ਸੁਸਾਇਟੀ ਦੇ ਵਿੱਚ ਕੁਰੀਤੀਆਂ ਚੱਲ ਰਹੀਆਂ ਸੀਗੀਆਂ ਉਹਨਾਂ ਰਿਫੋਰਮ ਦੀ ਗੱਲ ਕੀਤੀ, ਉਹਨਾਂ ਲੌਜੀਕਲ ਢੰਗ ਦੇ ਵਿੱਚ ਸੋਚਣ ਦੀ ਗੱਲ ਕੀਤੀ। ਸੋ ਫਸਟ ਮਾਡਰਨ ਮੈਨ ਤਾਂ ਹੀ ਕਿਹਾ ਜਾਂਦਾ ਹੈ। ਇਹਨਾਂ ਨੇ ਪੋਲੀਟਿਕਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਣੀਆਂ ਆਈਡੀਓਲੋਜੀਜ਼ ਦਿੱਤੀਆਂ ਜੋ ਆਪਣੇ ਲਈ ਹੁਣ ਤੱਕ ਵੀ ਹੈਲਪਫੁਲ ਹੈ। ਇਹਨਾਂ ਨੇ ਉਸ ਟਾਈਮ 'ਤੇ 1828 ਦੇ ਟਾਈਮ 'ਤੇ ਬੋਰਡਰਲੈਸ ਸਟੇਟ ਦੀ ਗੱਲ ਕਰਤੀ ਸੀਗੀ, ਠੀਕ ਹੈ ਜੀ। ਤੋ ਇਸ ਕਰਕੇ ਇਹਨਾਂ ਨੂੰ ਫਸਟ ਮਾਡਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ, ਜਿਨ੍ਹਾਂ ਨੇ ਆਪਣੇ ਰਿਨੈਂਸਾ ਲੈ ਕੇ ਆਉਂਦਾ। ਰਿਨੈਂਸਾ ਹੁੰਦਾ ਜੋ ਆਪਣਾ ਪਿਛੋਕੜ ਹੈ ਉਹਨੂੰ ਅੱਗੇ ਲੈ ਕੇ ਆਉਂਦਾ, ਠੀਕ ਹੈ ਜੀ, ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਖਤਮ ਕੀਤਾ। ਸੋ ਇਸ ਚੀਜ਼ ਨੂੰ ਕਹਿੰਦਾ ਰਿਨੈਂਸਾ, ਠੀਕ ਹੈ ਜੀ। ਸੋ ਨੈਕਸਟ ਹੈਗਾ ਦ ਫਾਊਂਡਰ ਆਫ ਦ ਬ੍ਰਹਮੋ ਸਮਾਜ ਆਫ ਇੰਡੀਆ। ਸੋ ਜਿਹੜਾ ਆਪਣਾ ਬ੍ਰਹਮੋ ਸਮਾਜ ਹੈਗਾ ਉਹ ਫਾਊਂਡ ਕੀਤਾ ਗਿਆ ਸੀਗਾ ਬਾਈ ਦੀ ਰਾਜਾ ਰਾਮ ਮੋਹਨ ਰਾਏ ਇਨ 1928। ਸੋ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਡਿਵੀਜ਼ਨ ਆ ਗਈ ਸੀਗੀ ਕਿਉਂਕਿ ਕੁਛ ਆਈਡੀਓਲੋਜੀਕਲ ਡਿਫਰੈਂਸ ਸੀਗੇ, ਕੁਛ ਜ਼ਿਆਦਾ ਮਾਡਰਨ ਹੋਣਾ ਚਾਹੁੰਦੇ ਸੀਗੇ, ਕੁਛ ਆਪਣਾ ਜਿਹੜਾ ਪੁਰਾਣਾ ਬ੍ਰਹਮੋ ਸਮਾਜ ਸੀ ਉਹਨੂੰ ਅਪਣਾਏ ਰੱਖਣਾ ਚਾਹੁੰਦੇ ਸੀਗੇ। ਸੋ ਇੱਕ ਬ੍ਰਾਂਚ ਜਿਹੜੀ ਬਣੀ ਸੀਗੀ ਉਹਦਾ ਨਾਮ ਸੀਗਾ ਬ੍ਰਹਮੋ ਸਮਾਜ ਆਫ ਇੰਡੀਆ, ਜਿਹੜੀ ਫਾਰਮ ਕੀਤੀ ਸੀਗੀ ਕੇਸ਼ਵ ਚੰਦਰ ਵਿਦਿਆ ਸੇਨ ਨੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਤੁਸੀਂ ਇਹਨੂੰ ਯਾਦ ਕਰਨਾ ਹੈ। ਬਾਕੀ ਜਿਹੜੀਆਂ ਡਿਵੀਜ਼ਨ ਹੋਈਆਂ ਸੀਗੀਆਂ ਉਹ ਹੋਈ ਸੀਗੀ ਆਦਿ ਬ੍ਰਹਮੋ ਸਮਾਜ ਅਤੇ ਸਧਾਰਨ ਬ੍ਰਹਮੋ ਸਮਾਜ। ਫਿਰ ਅੱਗੇ ਇਹਨਾਂ ਦੇ ਵਿੱਚ ਫਰਦਰ ਡਿਵੀਜ਼ਨ ਹੋਈ ਸੀ ਜਿਹਦੇ ਵਿੱਚੋਂ ਨਿਕਲ ਕੇ ਆਇਆ ਸੀਗਾ ਬ੍ਰਹਮੋ ਸਮਾਜ ਆਫ ਇੰਡੀਆ, ਜਿਹਦੇ ਫਾਊਂਡਰ ਸੀਗੇ ਕੇਸ਼ਵ ਚੰਦਰ ਸੇਨ। ਸੋ ਵੈਸੇ ਜਿਹੜਾ ਓਰੀਜਨਲ ਬ੍ਰਹਮੋ ਸਮਾਜ ਹੈਗਾ ਉਹਦੇ ਫਾਊਂਡਰ ਕੌਣ ਸੀਗੇ? ਤਾਂ ਆਪਣਾ ਆਨਸਰ ਆ ਜਾਊਗਾ ਰਾਜਾ ਰਾਮ ਮੋਹਨ ਰਾਏ, ਠੀਕ ਹੈ। ਹੂ ਗੇਵ ਦਾ ਰਾਜਾ ਰਾਮ ਮੋਹਨ ਰਾਏ ਦਾ ਟਾਈਟਲ ਆਫ ਰਾਜਾ? ਤਾਂ ਆਪਣਾ ਆਨਸਰ ਆ ਜਾਊਗਾ ਅਕਬਰ II ਨੇ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਦਿੱਤਾ ਸੀਗਾ। ਸੋ ਆਪਾਂ ਨੈਕਸਟ ਕਰਦੇ ਹਾਂ ਹੂ ਫਾਰਮ ਦਾ ਸਤਿਆ ਸੋਧਕ ਸਮਾਜ। ਸਤਿਆ ਸਮੋਧਕ ਸਮਾਜ ਮਹਾਰਾਸ਼ਟਰ ਦੇ ਵਿੱਚ ਫਾਰਮ ਕੀਤਾ ਗਿਆ ਸੀਗਾ, ਜਿਹੜਾ ਕੀ ਹੋਇਆ ਸੀਗਾ, ਕਿਹਦੇ ਲਈ ਹੋਇਆ ਸੀਗਾ? ਇੱਕ ਤਾਂ ਗਰਲਸ ਦੀ ਅਪਲਿਫਟਮੈਂਟ ਵਾਸਤੇ, ਜਿਹੜੇ ਆਪਣੇ ਵੀਕਰ ਸੈਕਸ਼ਨ ਹੈਗੇ ਉਹਨਾਂ ਦੀ ਅਪਲਿਫਟਮੈਂਟ ਵਾਸਤੇ। ਤਾਂ ਕਿਹਨੇ ਫਾਰਮ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਜੋਤੀ ਬਾਈ ਫੂਲੇ ਨੇ ਫਾਰਮ ਕੀਤਾ ਸੀਗਾ ਸਤਿਆ ਸੋਧਕ ਸਮਾਜ। ਹੂ ਵਿਚ ਰਿਫਾਰਮਰ ਆਫ ਮਹਾਰਾਸ਼ਟਰ ਇਜ਼ ਆਲਸੋ ਨੋਨ ਐਜ਼ ਅ ਲਖਵਾਦੀ। ਸੋ ਇੱਕ ਰਿਫਾਰਮਰ ਸੀਗੇ ਮਹਾਰਾਸ਼ਟਰ ਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਲੋਕ ਹਿੱਤਵਾਦੀ। ਤਾਂ ਆਪਣਾ ਆਨਸਰ ਆ ਜਾਊਗਾ ਗੋਪਾਲ ਹਰੀ ਦੇਸ਼ਮੁਖ। ਐਕਸਟ੍ਰੀਮਲੀ ਇੰਪੋਰਟੈਂਟ ਪਰਸਨੈਲਿਟੀ ਹੈਗੀ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ, ਤੁਸੀਂ ਯਾਦ ਕਰਨਾ ਹੈ। ਸੋ ਲੋਕ ਹਿੱਤਵਾਦੀ ਕਿਹਨੂੰ ਕਿਹਾ ਜਾਂਦਾ ਹੈ? ਮਹਾਰਾਸ਼ਟਰ ਦੇ ਰਿਫਾਰਮਰ ਸੀਗੇ, ਲੋਕ ਹਿੱਤਵਾਦੀ ਦੇ ਨਾਮ ਨਾਲ ਉਹ ਜਾਣਿਆ ਜਾਂਦਾ। ਤਾਂ ਆਪਣਾ ਆਨਸਰ ਆ ਜਾਊਗਾ ਗੋਪਾਲ ਹਰੀ ਦੇਸ਼ਮੁਖ। ਹੂ ਫਾਰਮ ਦਾ ਸਤਿਆ ਸੋਧਕ ਸਮਾਜ? ਤਾਂ ਆਪਣਾ ਆਨਸਰ ਆ ਜਾਊਗਾ ਜੋਤੀ ਬਾਈ ਫੂਲੇ ਨੇ ਸਤਿਆ ਸਮਾਜ ਜਿਹੜਾ ਆਪਣਾ ਸਤਿਆ ਸੋਧਕ ਸਮਾਜ ਹੈ ਉਹਦੀ ਫਾਊਂਡੇਸ਼ਨ ਰੱਖੀ ਸੀਗੀ, ਜਿਹੜਾ ਕਿ ਵੀਕਰ ਸੈਕਸ਼ਨ ਵਾਸਤੇ ਸੀਗਾ ਅਤੇ ਗਰਲਸ ਲਈ ਸਪੈਸ਼ਲ ਸੀਗਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਹੂ ਵਾਜ਼ ਦਾ ਫਾਊਂਡਰ ਆਫ ਦਾ ਪ੍ਰਾਰਥਨਾ ਸਮਾਜ। ਸੋ ਪ੍ਰਾਰਥਨਾ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਆਤਮਾਰਨ ਪਾਂਡੂਰੰਗ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ, ਆਪਣੇ ਐਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੰਨੀਆਂ ਵੀ ਫਾਊਂਡੇਸ਼ਨ ਬਣੀਆਂ ਸੀਗੀਆਂ ਰਿਲੀਜੀਅਸ, ਸੋਸ਼ਲ ਰਿਲੀਜੀਅਸ ਜਿਹੜੀਆਂ ਵੀ ਇੰਸਟੀਟਿਊਸ਼ਨ ਬਣੇ ਸੀਗੇ, ਭਾਵੇਂ ਆਰਿਆ ਸਮਾਜ ਲਾ ਲਓ, ਬ੍ਰਹਮੋ ਸਮਾਜ ਲਾ ਲਓ, ਜਾਂ ਕਹਿ ਸਕਦੇ ਆਪਣਾ ਪ੍ਰਾਰਥਨਾ ਸਮਾਜ ਲਾ ਲਓ। ਸਪੋਜ਼ ਫੋਰ ਅ ਮੂਮੈਂਟ ਕਿਸੇ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਉੱਭਰ ਕੇ ਸਾਹਮਣੇ ਆਈ ਸੀ, ਉਹ ਕਿਉਂ ਆਈ ਸੀਗੀ? ਕਿਉਂਕਿ ਜਿਹੜੇ ਆਪਣੇ ਧਰਮ ਦੇ ਵਿੱਚ ਜਿਹੜੀਆਂ ਕੁਰੀਤੀਆਂ ਬਹੁਤ ਜ਼ਿਆਦਾ ਫੈਲ ਚੁੱਕੀਆਂ ਸੀਗੀਆਂ, ਸੁਪਰਸਟੀਸ਼ਨ ਬਹੁਤ ਜ਼ਿਆਦਾ ਸੀਗਾ, ਲੌਜਿਕ ਘੱਟ ਰਹਿ ਗਿਆ ਸੀਗਾ। ਸੋ ਜਿਹੜੀਆਂ ਕੁਰੀਤੀਆਂ ਸੀਗੀਆਂ ਹਿੰਦੂਇਜ਼ਮ ਦੇ ਵਿੱਚ ਜਾਂ ਮੁਸਲਿਮ ਦੇ, ਜਾਂ ਕਹਿ ਸਕਦੇ ਹਾਂ ਵੀ ਮੁਸਲਿਮ ਕਲਚਰ ਦੇ ਵਿੱਚ ਜਿਹੜੀਆਂ ਵੀ ਕੁਰੀਤੀਆਂ ਸੀਗੀਆਂ ਉਸ ਨੂੰ ਰਿਫੋਰਮ ਕਰਨ ਵਾਸਤੇ ਆਏ ਸੀਗੇ, ਉਸ ਚੀਜ਼ਾਂ ਨੂੰ ਬਦਲਣ ਵਾਸਤੇ ਆਏ ਸੀਗੇ ਵੀ ਹਾਂ ਇਹ ਚੀਜ਼ਾਂ ਰਿਲੀਜਨ ਦੇ ਵਿੱਚ ਸਹੀ ਨਹੀਂ ਹੈਗੀਆਂ। ਜਿਵੇਂ ਕਿ ਸਤੀ ਨੂੰ ਬੈਨ ਕਰਾਉਣਾ, ਜਿਹੜੀ ਆਪਣਾ ਚਾਈਲਡ ਮੈਰਿਜ ਸੀਗੀ ਉਸ ਚੀਜ਼ ਨੂੰ ਬੈਨ ਕਰਾਉਣਾ, ਜਾਂ ਕਹਿ ਸਕਦੇ ਵਿਡੋ ਰੀਮੈਰਿਜ ਦਾ ਜਿਹੜਾ ਕੰਸੈਪਟ ਸੀਗਾ ਉਹ ਲੈ ਕੇ ਆਉਣਾ। ਸੋ ਇਹ ਚੀਜ਼ਾਂ ਨੂੰ ਸਹੀ ਕਰਨਾ, ਇਹ ਸਾਰੀਆਂ ਜਿਹੜੀਆਂ ਔਰਗਨਾਈਜੇਸ਼ਨ ਸੀਗੀਆਂ ਸਾਰਿਆਂ ਦਾ ਇਹੀ ਕੰਮ ਸੀਗਾ। ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚ ਕੰਮ ਬਦਲ ਗਏ ਉਹ ਬਾਅਦ ਦੀ ਗੱਲ ਹੈਗੀ ਹੈ, ਪਰ ਜਿਹੜੀ ਇਹਨਾਂ ਦਾ
ਆਉਣ ਦਾ ਕਾਰਨ ਇਹੀ ਸੀਗਾ। ਬਾਕੀ ਜਿਹੜਾ ਇਹਨਾਂ ਹੋਰ ਕਾਰਨ ਕੀ ਸੀਗਾ ਵੀ ਇੱਕ ਵੈਸਟਰਨ ਐਜੂਕੇਸ਼ਨ ਦਾ ਆਉਣਾ ਵੀ ਇਹਨਾਂ ਜਿਹੜੀਆਂ ਮੂਵਮੈਂਟਸ ਆਈਆਂ ਸੀਗੇ ਸਭ ਤੋਂ ਵੱਡਾ ਕਾਰਨ ਸੀਗਾ। ਠੀਕ ਹੈ ਜੀ, ਵੈਸਟ ਐਜੂਕੇਸ਼ਨ ਆਈ, ਉਹਨਾਂ ਕੋਲ ਲੌਜਿਕ ਆਏ, ਉਹਨਾਂ ਨੂੰ ਚੀਜ਼ਾਂ ਸਮਝਣ ਦਾ ਜ਼ਰੀਆ ਬਣੇ ਐਜੂਕੇਸ਼ਨ ਸੀਗਾ। ਠੀਕ ਹੈ ਜੀ, ਤਾਂ ਕਰਕੇ ਸਾਰੀਆਂ ਆਰਗੇਨਾਈਜੇਸ਼ਨ ਉੱਭਰ ਕੇ ਸਾਹਮਣੇ ਆਈਆਂ। ਸੋ ਪ੍ਰਾਰਥਨਾ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀਗੀ? ਆਤਮਾਰਾਮ ਪਾਂਡੂਰੰਗ ਨੇ। ਅਤੇ ਜੇ ਆਪਣਾ ਦੇਵ ਸਮਾਜ ਦੀ ਗੱਲ ਕਰੀਏ ਤਾਂ ਸ਼ਿਵ ਨਾਰਾਇਣ ਅਗਨੀਹੋਤਰੀ ਨੇ ਫਾਊਂਡਰ ਸੀਗੇ ਦੇਵ ਸਮਾਜ ਦੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਵੀ ਸਰਵੈਂਟ ਆਫ ਇੰਡੀਆ ਸੁਸਾਇਟੀ ਕਿਹਨੇ ਫਾਰਮ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੋਪਾਲ ਕ੍ਰਿਸ਼ਨ ਗੋਖਲੇ ਨੇ ਸਰਵੈਂਟ ਆਫ ਇੰਡੀਆ ਸੁਸਾਇਟੀ ਫਾਰਮ ਕੀਤੀ ਸੀਗੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ ਵੀ ਸਰਵੈਂਟ ਆਫ ਇੰਡੀਆ ਸੁਸਾਇਟੀ ਕਿਹਨੇ ਫਾਰਮ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ GK ਗੋਖਲੇ, ਜਿਨ੍ਹਾਂ ਨੂੰ ਗਾਂਧੀ ਦਾ ਪੋਲੀਟੀਕਲ ਗੁਰੂ ਵੀ ਕਿਹਾ ਜਾਂਦਾ ਹੈ। ਸੋ ਇਹ ਵੀ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਮਹਾਤਮਾ ਗਾਂਧੀ ਦੇ ਪੋਲੀਟੀਕਲ ਗੁਰੂ ਦਾ ਕੀ ਨਾਮ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੋਪਾਲ ਕ੍ਰਿਸ਼ਨ ਗੋਖਲੇ। ਠੀਕ ਹੈ ਜੀ। ਸੋ ਨੈਕਸਟ ਹੈਗਾ ਹੂ ਵਾਜ਼ ਦਾ ਫਾਊਂਡਰ ਆਫ ਦਾ ਬਹੁਜਨ ਸਮਾਜ? ਤਾਂ ਆਪਣਾ ਆਨਸਰ ਆ ਜਾਊਗਾ ਮੁਕੁੰਦ ਰਾਓ ਪਾਟਿਲ। ਸੋ ਮੁਕੁੰਦ ਰਾਓ ਪਾਟਿਲ ਸੀਗੇ ਜਿਨ੍ਹਾਂ ਨੇ ਬਹੁਜਨ ਸਮਾਜ ਦੀ ਫਾਊਂਡੇਸ਼ਨ ਰੱਖੀ ਸੀਗੀ। ਅਤੇ ਪ੍ਰਾਰਥਨਾ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀਗੀ? ਆਤਮਾਰਾਮ ਪਾਂਡੂਰੰਗ ਨੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸੱਤਿਆਸੋਧਕ ਸਮਾਜ ਕਿਹਨੇ ਫਾਊਂਡ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਜੋਤੀਬਾਈ ਫੁਲੇ ਨੇ। ਸਰਵੈਂਟ ਆਫ ਇੰਡੀਆ ਸੁਸਾਇਟੀ ਦੀ ਗੱਲ ਕਰੀਏ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਨੇ। ਅਤੇ ਬਹੁਜਨ ਸਮਾਜ ਦੀ ਗੱਲ ਕਰੀਏ ਤਾਂ ਮੁਕੁੰਦ ਰਾਓ ਪਾਟਿਲ ਨੇ। ਸੋ ਇਹ ਸਾਰੇ ਆਪਾਂ ਪ੍ਰੀਸਾਈਜ਼ਲੀ ਯਾਦ ਕਰਨੇ ਆਪਣੇ ਐਗਜ਼ਾਮ ਲਈ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ। ਸੋ ਨੈਕਸਟ ਕੁਐਸਚਨ ਹੈਗਾ ਜਿਹੜਾ ਵੀ ਹੂ ਫਾਊਂਡਡ ਦਾ ਥੀਓਸੋਫੀਕਲ ਸੁਸਾਇਟੀ? ਥੀਓਸੋਫੀਕਲ ਸੁਸਾਇਟੀ ਕਿਹਨੇ ਫਾਰਮ ਕੀਤੀ ਸੀਗੀ? ਜੇ ਆਲ ਓਵਰ ਵਰਲਡ ਦੇ ਵਿੱਚ ਗੱਲ ਕਰੀ, ਕਿਉਂਕਿ ਜਿਹੜੀ ਥੀਓਸੋਫੀਕਲ ਸੁਸਾਇਟੀ ਸੀ ਆਲ ਓਵਰ ਵਰਲਡ ਦੇ ਵਿੱਚ ਫੈਲੀ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਮੈਡਮ HP ਬਾਲਸਕੇ ਨੇ ਫਾਰਮ ਕੀਤੀ ਸੀ। ਠੀਕ ਹੈ। ਅਤੇ ਕਰਨਲ ਔਲਕੋਟ ਸੀਗੇ, ਉੱਥੇ ਲਿਖਿਆ ਨਹੀਂ ਹੋਇਆ। ਅਤੇ ਵੈਸੇ ਤੁਹਾਡੇ ਕੋਲੋਂ ਇਹੀ ਨਾਮ ਪੁੱਛਿਆ ਜਾਊਗਾ ਕਿਹਨੇ ਫਾਰਮ ਕੀਤੀ? HP ਬਾਲਸਕਾਈ ਨੇ। ਠੀਕ ਹੈ। ਸੋ ਇਹਨਾਂ ਨਾਲ ਯਾਦ ਰੱਖਣਾ ਤੁਸੀਂ ਨਾਮ ਵੀ ਥੀਓਸੋਫੀਕਲ ਸੁਸਾਇਟੀ ਦੇ ਕਿੱਥੇ ਫਾਰਮ ਕੀਤੀ ਗਈ ਸੀ? ਤਾਂ ਆਪਣਾ ਆਨਸਰ ਆ ਜਾਊਗਾ HP ਬਾਲਸਕਾਈ। ਠੀਕ ਹੈ ਜੀ। ਅਤੇ ਦ ਸਕਸੈਸ ਆਫ ਦਾ ਥੀਓਸੋਫੀਕਲ ਸੁਸਾਇਟੀ ਇਨ ਇੰਡੀਆ ਵਾਜ਼ ਮੇਨਲੀ ਡਿਊ ਟੂ ਦਾ, ਜਿਹੜੀ ਥੀਓਸੋਫੀਕਲ ਸੁਸਾਇਟੀ ਦਾ ਜਿਹੜਾ ਸਕਸੈਸ ਸੀਗਾ ਜਾਂ ਕਹਿ ਸਕਦੇ ਹਾਂ ਵੀ ਮੋਹਤਵਾਰ ਕੌਣ ਸੀਗਾ ਇੰਡੀਆ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ, ਜਿਹੜੇ ਕਿ ਆਪਣੇ ਫਸਟ ਵੂਮਨ ਪ੍ਰੈਜ਼ੀਡੈਂਟ ਸੀਗੇ ਕਾਂਗਰਸ ਦੇ। ਠੀਕ ਹੈ ਜੀ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਥੀਓਸੋਫੀਕਲ ਦਾ ਸਕਸੈਸ ਕਿਹਨੂੰ ਸ਼੍ਰੇਅ ਦਿੱਤਾ ਜਾਂਦਾ ਕਿ ਥੀਓਸੋਫੀਕਲ ਦੇ ਸਕਸੈਸ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ ਨੂੰ। ਸੋ ਐਨੀ ਬੇਸੈਂਟੀ ਪਰਸਨ ਸੀਗੇ ਜਿਹੜੇ ਫਸਟ ਵੂਮਨ ਪ੍ਰੈਜ਼ੀਡੈਂਟ ਸੀਗੇ ਕਾਂਗਰਸ ਦੇ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ 1917 ਦੇ ਸੈਸ਼ਨ ਦੇ ਵਿੱਚ। ਸੋ ਥੀਓਸੋਫੀਕਲ ਸੁਸਾਇਟੀ ਦੇ ਇੰਡੀਆ ਦਾ ਹੈੱਡਕੁਆਟਰ ਕਿੱਥੇ ਸੀਗਾ? ਮਤਲਬ ਥੀਓਸੋਫੀਕਲ ਸੁਸਾਇਟੀ ਦਾ ਇੰਡੀਆ ਦੇ ਵਿੱਚ ਹੈੱਡਕੁਆਟਰ ਕਿੱਥੇ ਸੀ? ਤਾਂ ਆਪਣਾ ਆਨਸਰ ਆ ਜਾਊਗਾ ਅਦਿਆਰ ਦੇ ਵਿੱਚ ਸੀਗਾ ਇੰਡੀਆ ਦੇ ਵਿੱਚ ਹੈੱਡਕੁਆਟਰ ਥੀਓਸੋਫੀਕਲ ਸੁਸਾਇਟੀ ਦਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ। ਜਿਹੜਾ ਥੀਓਸੋਫੀਕਲ ਸੁਸਾਇਟੀ ਦਾ ਕੰਮ ਕੀ ਸੀਗਾ? ਹੁਣ ਆਪਾਂ ਨੂੰ ਇਹ ਵੀ ਕੁਐਸਚਨ ਬਣ ਜਾਂਦਾ ਥੀਓਸੋਫੀਕਲ ਸੁਸਾਇਟੀ ਦਾ ਇਹ ਕੰਮ ਸੀਗਾ ਵੀ ਜਿਹੜਾ ਵੇਦਾ ਸੀਗੇ ਜਾਂ ਆਪਣੇ ਜਿਹੜੇ ਐਂਸ਼ੀਅੰਟ ਸਕ੍ਰਿਪਚਰ ਸੀਗੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਮਤਲਬ ਆਪਣੇ ਧਰਮ ਗ੍ਰੰਥ ਸੀਗੇ, ਉਹਨਾਂ ਨੂੰ ਸਟੱਡੀ ਕਰਨਾ, ਉਹਨਾਂ ਨੂੰ ਵੇਖਣਾ ਵੀ ਇੰਡੀਆ ਦੀ ਜਿਹੜੀ ਨੀਂਹ ਕਿੱਥੇ ਹੈਗੀ ਹੈ। ਠੀਕ ਹੈ ਜੀ। ਇਹ ਕੰਮ ਸੀਗਾ ਥੀਓਸੋਫੀਕਲ ਸੁਸਾਇਟੀ ਦਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਸੋ ਹੋਪਫੁਲੀ ਤੁਹਾਨੂੰ ਸਮਝ ਲੱਗ ਰਹੇ ਹੋਣਗੇ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਥੀਓਸੋਫੀਕਲ ਸੁਸਾਇਟੀ ਫਾਰਮ ਕਿਹਨੇ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ HP ਬਾਲਸਕੇ ਨੇ। ਠੀਕ ਹੈ ਜੀ। ਅਤੇ ਥੀਓਸੋਫੀਕਲ ਸੁਸਾਇਟੀ ਦਾ ਇੰਡੀਆ ਦੇ ਵਿੱਚ ਕੌਣ ਫਾਊਂਡਰ ਸੀ ਜਾਂ ਕਹਿ ਸਕਦੇ ਇੰਡੀਆ ਦੇ ਵਿੱਚ ਸਕਸੈਸਰ ਕੌਣ ਸੀ? ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੇਸੈਂਟ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਇਹਨੂੰ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ। ਠੀਕ ਹੈ ਜੀ। ਅਤੇ ਇੰਡੀਆ ਦੇ ਵਿੱਚ ਥੀਓਸੋਫੀਕਲ ਸੁਸਾਇਟੀ ਦੇ ਹੈੱਡਕੁਆਟਰ ਕਿੱਥੇ ਸੀ? ਤਾਂ ਆਪਣਾ ਆਨਸਰ ਆ ਜਾਊਗਾ ਅਦਿਆਰ ਦੇ ਵਿੱਚ ਸੀਗੇ। ਠੀਕ ਹੈ ਜੀ। ਇਹੀ ਇੰਪੋਰਟੈਂਟ ਗੱਲਾਂ ਸੀ। ਬਾਕੀ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ ਅਤੇ ਕੱਲ੍ਹ ਦਾ ਲੈਕਚਰ ਕੱਲ੍ਹ ਮਿਲਦੇ ਹਾਂ ਬਾਕੀ ਤੁਹਾਨੂੰ। ਸੋ ਥੈਂਕ ਯੂ ਸੋ ਮੱਚ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਨ੍ਹਾਂ ਨੇ ਨਹੀਂ ਕੀਤਾ। ਬਾਕੀ ਜਿਹੜੇ ਆਪਣੇ ਰਿਵਿਊਜ਼ ਹੈਗੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਜਾਂ ਸਰ ਨੂੰ, ਜਾਂ ਜਿਹੜੀ ਵੀ ਤੁਹਾਡੀ ਕੁਐਰੀਜ਼ ਹੈ ਤੁਸੀਂ ਸਰ ਨੂੰ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ। ਸੋ ਥੈਂਕ ਯੂ ਸੋ ਮੱਚ।